ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਗਦਾਦ ਜਾਂਦੇ ਨੇ, ਜਿੱਥੋਂ ਦਾ ਬਾਦਸ਼ਾਹ ਬਹਿਲੋਲ ਸ਼ਾਹ ਆ। ਪਹਿਲਾਂ ਤੇ ਨਿੰਦਿਆ ਕੀਤੀ ਜਾਂਦੀ ਆ, ਫਿਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅੰਤ ਦੁਨੀਆ ਦੇ ਵਾਲੀ ਗੁਰੂ ਨਾਨਕ ਸਾਹਿਬ ਨੂੰ ਫੜ ਕੇ ਬਹਿਲੋਲ ਸ਼ਾਹ ਬਾਦਸ਼ਾਹ ਦੇ ਅੱਗੇ, ਬਾਦਸ਼ਾਹ ਦਸਤਗੀਰ ਦੇ ਅੱਗੇ ਸਾਹਮਣੇ ਪੇਸ਼ ਕੀਤਾ ਜਾਂਦਾ। ਬਾਦਸ਼ਾਹ ਤਖਤ ਤੋਂ ਥੱਲੇ ਉਤਰਦਾ, ਦੇਖਦਾ ਵੀ ਇਹ ਹਿੰਦ ਦੇ ਪੀਰ ਨੇ, ਭਾਵ ਹਿੰਦੁਸਤਾਨ ਭਾਰਤ ਵਿੱਚੋਂ ਚੱਲ ਕੇ ਬਗਦਾਦ ਆਏ ਹੋਏ ਆ। ਉਹਨੇ ਆਖਿਆ, 3 ਸਵਾਲ ਜੇ ਤੁਸਾਂ ਮੇਰੇ ਸਵਾਲਾਂ ਦੇ ਜਵਾਬ ਨਾ ਦਿੱਤੇ, ਸੰਗਸਾਰ ਇੱਕ ਸਜ਼ਾ ਹੈ ਸਾਡੇ ਵਿਧਾਨ ਅੰਦਰ। ਇੱਥੇ ਪੱਥਰ ਮਾਰ ਕੇ, ਕੋੜੇ ਮਾਰ ਕੇ ਆਏ ਹੋਏ ਬਾਹਰਲੇ ਬੰਦੇ ਨੂੰ ਖਤਮ ਕਰ ਦਿੱਤਾ ਜਾਂਦਾ। ਗੁਰੂ ਪਾਤਸ਼ਾਹ ਮੁਸਕਰਾ ਕੇ ਇੱਕ ਗੱਲ ਆਖੀ, ਤੁਸਾਂ ਇਹ ਤਾਂ ਨਾ ਆਖਿਓ ਵੀ ਰੋੜਿਆਂ ਤੋਂ, ਕੋੜਿਆਂ ਦੇ ਡਰ ਤੋਂ ਗੁਰੂ ਨਾਨਕ ਸਾਹਿਬ ਨੇ ਸਵਾਲਾਂ ਦਾ ਜਵਾਬ ਦਿੱਤਾ। ਅਸਲ 'ਚ ਅਸੀਂ ਤੁਰੇ ਹੀ ਘਰ ਦੇ ਵਿੱਚੋਂ ਸਵਾਲਾਂ ਦੇ ਜਵਾਬ ਦੇਣ ਲਈ ਹੈ। ਸਾਡਾ ਮਕਸਦ ਹੀ ਇਹ ਹੈ। ਤੇ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਵੀਰੋ। ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਨੇ ਆਖਿਆ, ਹਜ਼ਾਰਾਂ ਸਵਾਲ ਬੰਦੇ ਦੇ ਮਨ ਵਿੱਚ ਆਉਂਦੇ ਹੋਣ, ਗੁਰੂ ਗ੍ਰੰਥ ਸਾਹਿਬ ਦੀ ਇੱਕੋ ਪੰਗਤੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ। ਹਰ ਬੰਦਾ ਸਵਾਲਾਂ ਨਾਲ ਭਰਿਆ ਹੋਇਆ ਹੈ ਤੇ ਸਵਾਲਾਂ ਦੇ ਸਹੀ ਜਵਾਬ ਸਾਨੂੰ ਮਿਲਣੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਭਾਵੇਂ ਅਸੀਂ ਥਾਂ ਥਾਂ ਤੇ ਭਟਕਦੇ ਰਹੀਏ, ਜਿੰਨਾ ਮਰਜ਼ੀ ਸਮਾਂ ਖਰਾਬ ਕਰੀਏ, ਸਾਡੀ ਸੰਤੁਸ਼ਟੀ ਜਦੋਂ ਹੋਏਗੀ ਨਾ, ਸਾਡਾ ਜਦੋਂ ਮਨ ਟਿਕਾ 'ਚ ਆਏਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਆਏਗਾ। ਜਿਹੜਾ ਦੁਨੀਆ ਨੂੰ ਟਿਕਾ ਕੇ ਤੁਰ ਗਿਆ, ਜਿਹਨੇ ਸੰਸਾਰ ਨੂੰ ਟਿਕਾਇਆ, ਕਿ ਉਹ ਆਪਣੇ ਪੁੱਤਾਂ ਨੂੰ ਬਾਣੀ ਵਿੱਚੋਂ ਟਿਕਾਉਣ ਦੀ ਸਮਰੱਥਾ ਨਹੀਂ ਰੱਖਦਾ। ਗੁਰੂ ਨਾਨਕ ਪਾਤਸ਼ਾਹ ਤੇ ਅੱਜ ਵੀ ਮੌਜੂਦ ਹੈ, ਜੇ ਸਿੱਖ ਦਾ ਭਰੋਸਾ ਹੋਵੇ, ਜੇ ਵਿਸ਼ਵਾਸ ਹੋਵੇ। ਉਹਨਾਂ ਆਖਿਆ, ਜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਤੇ ਤੁਹਾਨੂੰ ਪੱਥਰ ਮਾਰ ਕੇ ਇੱਥੇ ਖਤਮ ਕਰ ਦਿੱਤਾ ਜਾਏਗਾ। ਗੁਰੂ ਪਾਤਸ਼ਾਹ ਕਹਿੰਦੇ, ਪੱਥਰਾਂ ਦਾ ਡਰ ਨਹੀਂ, ਅਸੀਂ ਤੁਰੇ ਹੀ ਸਵਾਲਾਂ ਦੇ ਜਵਾਬ ਦੇਣ ਹੈ। ਕਹਿਣ ਲੱਗੇ, 3 ਸਵਾਲ ਤੁਹਾਡੇ ਸਾਹਮਣੇ ਆ, ਤਿੰਨਾਂ ਵਿੱਚੋਂ ਇੱਕ ਦਾ ਜਵਾਬ ਵੀ ਤੁਸੀਂ ਨਹੀਂ ਦਿੱਤਾ ਤੇ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ। ਪਹਿਲਾ ਸਵਾਲ, ਪੀਰ ਦਸਤਗੀਰ ਨੇ। ਦਸਤਗੀਰ ਦਾ ਅਰਥ ਹੁੰਦਾ ਹੈ ਦੂਜਿਆਂ ਦੀ ਬਾਂਹ ਪਕੜ ਕੇ ਅੱਗੇ ਤੁਰਨ ਵਾਲਾ, ਅਗਵਾਈ ਕਰਨ ਵਾਲਾ। ਧਾਰਮਿਕ ਰਹਿਬਰ ਵੀ ਸੀ ਤੇ ਰਾਜਨੀਤਿਕ ਵਾਣ ਵੀ ਸੀ, ਉਸ ਵੇਲੇ ਦਾ ਬਾਦਸ਼ਾਹ ਵੀ ਸੀ। ਦੋਨੇ ਜਗ੍ਹਾ ਤੇ ਅਗਵਾਈ ਕਰਦਾ ਸੀ, ਧਾਰਮਿਕ ਲੋਕਾਂ ਦੀ ਵੀ ਤੇ ਰਾਜਨੀਤਿਕ ਲੋਕਾਂ ਦੀ ਵੀ ਅਗਵਾਈ ਕਰਦਾ ਸੀ। ਪਹਿਲਾ ਉਹਨੇ ਸਵਾਲ ਇਹ ਕੀਤਾ ਵੀ ਅਕਾਲ ਪੁਰਖ ਤੋਂ ਪਹਿਲਾਂ, ਅੱਲਾ ਤੋਂ ਪਹਿਲਾਂ ਹੈ ਕੀ ਸੀ। ਦੂਜਾ ਉਹਨੇ ਸਵਾਲ ਕੀਤਾ, ਜਿਹਨੂੰ ਸਾਰੀ ਦੁਨੀਆ ਆਰਾਧ ਰਹੀ ਹੈ, ਉਹ ਰਹਿੰਦਾ ਕਿੱਥੇ ਹੈ। ਤੇ ਤੀਜਾ ਸਵਾਲ ਕੀਤਾ, ਉਹਨੂੰ ਕੋਈ ਕੰਮ ਧੰਦਾ ਵੀ ਹੈ, ਕੋਈ ਕਿਰਤ ਵੀ ਕਰਦਾ ਹੈ, ਕਿ ਉਹ ਵਿਹਲਾ ਹੀ ਹੈ। ਉਹਦਾ ਕੰਮ ਕੀ ਹੈ, ਕਿਹੜੇ ਕੰਮ 'ਚ ਰੁੱਝਾ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਪੀਰ ਦਸਤਗੀਰ ਨੂੰ ਆਖਿਆ, ਸਾਨੂੰ ਮੋਤੀਆਂ ਨਾਲ ਭਰਿਆ ਹੋਇਆ ਥਾਲ ਚਾਹੀਦਾ ਹੈ। ਉਹ ਅੱਗਿਓਂ ਹੱਸ ਪਿਆ ਵੀ ਲਾਲਚੀ ਪੀਰ ਆ ਗਿਆ ਕੋਈ ਅੱਜ ਮੇਰੇ ਦਰਵਾਜ਼ੇ ਤੇ। ਸਵਾਲ ਦਾ ਇੱਕ ਦਾ ਜਵਾਬ ਨਹੀਂ ਦਿੱਤਾ, ਪਹਿਲਾਂ ਹੀਰੇ ਮੋਤੀ ਮੰਗੀ ਜਾਂਦਾ ਹੈ। ਮਹਾਰਾਜ ਨੇ ਆਖਿਆ, ਸਵਾਲਾਂ ਦੇ ਜਵਾਬ ਦੇਣ ਦਾ ਸਾਡਾ ਇੱਕ ਆਪਣਾ ਢੰਗ ਆ, ਤਰੀਕਾ ਵਾ। ਤੁਸਾਂ ਮੋਤੀ ਲੈ ਕੇ ਆਓ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਅੰਦਰੇ ਅੰਦਰ ਸੋਚੀ ਜਾਂਦਾ ਲਾਲਚੀ ਹੈ, ਸਾਹਮਣੇ ਮੋਤੀਆਂ ਦਾ ਥਾਲ ਲੈ ਕੇ ਪਰੋਸਦਾ ਹੈ। ਗੁਰੂ ਪਾਤਸ਼ਾਹ ਅੱਗੇ ਫਿਰ ਆਖਦਾ ਵੀ ਹੁਣ ਤੁਸੀਂ ਜਿਹੜਾ ਮੈਂ ਸਵਾਲ ਕੀਤਾ ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਮਹਾਰਾਜ ਕਹਿੰਦੇ, ਜਿੰਨੇ ਥਾਲ 'ਚ ਮੋਤੀ ਨੇ ਇਹਦੀ ਗਿਣਤੀ ਸ਼ੁਰੂ ਕਰ, ਗਿਣ ਕੇ ਦੱਸ। ਪਹਿਲਾ ਮੋਤੀ ਚੱਕਦਾ, ਇੱਕ ਦੀ ਆਵਾਜ਼ ਆਉਂਦੀ ਹੈ, ਫਿਰ ਦੂਜਾ, ਤੀਜਾ, ਚੌਥਾ। ਗੁਰੂ ਪਾਤਸ਼ਾਹ ਫੇਰ ਟੋਕ ਦਿੰਦੇ ਆ, ਪੀਰ ਜੀ ਗਿਣਤੀ ਗਲਤ ਕਰਦੇ ਹੋ, ਗਿਣਤੀ ਸਹੀ ਨਹੀਂ ਹੈਗੀ। ਉਹਨੂੰ ਲੱਗਿਆ ਵੀ ਖੌਰੇ ਕੋਈ ਵਾਕਈ ਗਲਤੀ ਹੋ ਗਈ ਹੋਣੀ ਆ। ਉਹਨੇ ਫੇਰ ਗਿਣਤੀ ਸ਼ੁਰੂ ਕੀਤੀ। ਜਦੋਂ ਗਿਣਤੀ ਫੇਰ 5-6 ਮੋਤੀਆਂ ਤੱਕ ਜਾਏ, ਪਾਤਸ਼ਾਹ ਫੇਰ ਟੋਕ ਦੇਣ, ਪੀਰ ਨੂੰ ਫਿਰ ਲੱਗੇ ਮੈਂ ਕੋਈ ਗਲਤੀ ਕਰ ਰਿਹਾ। ਜਦੋਂ 2-3 ਵਾਰ ਇਦਾਂ ਕੀਤਾ, ਉਹਨੇ ਅਕਸਰ ਅੱਕ ਕੇ ਕਹਿ ਦਿੱਤਾ ਵੀ ਤੁਸਾਂ ਵਾਰ-ਵਾਰ ਮੇਰੀ ਗਿਣਤੀ 'ਚ ਗਲਤੀ ਕੱਢੀ ਜਾਂਦੇ ਹੋ, ਹੁਣ ਮੈਂ ਜਿੱਥੇ ਗਲਤੀ ਕੀਤੀ ਮੇਰਾ ਹੱਥ ਹੀ ਫੜ ਲਿਓ।
तुसा बाही फड़ लियो मेरी, ताकि मैनू पता लग जे भी मैं गिणती मिणती विच कित्थे गलती कर रहा हाँ। जदों पीर ने पहला मोती चक्या ते आख्या एक, पातशाह आख्या इत्थे गलती हो रही है, इत्थे गलती, तुसी गलती सही नहीं कर रहे, तुहाडी गलती ठीक नहीं। ते कहन लगा महाराज सही ते है। मैं आख्या एक, मालिक ने आख्या एक तो पहला वाली गिणती दुनिया नू दस भी एक तो पहला की है। एकदम ते अंदरों हिल गया, कहंदा सी तुसी मैनू चक्करां च पा रहे हो। हुण पता लगा भी गुरु नानक पातशाह ने किन्ना प्यारा जवाब दिता। कहन लगा महाराज एक तो पहला की आ? कहंदे बस तैनू यही समझाउण लगे, अकाल पुरख तो पहला इस संसार ते कुछ भी नहीं सी, ये ओदा ही पसारा है। एक ओंकार सतनाम करता पुरख, जां करता सिरठी को साजे आपे जाने सोई। तू यही पुछया ना एक तो पहला की सी? पीर जी एक तो पहला ओ तो बिना कख भी नहीं सी। ये सारी उत्पत्ति, सारी सृष्टि, सारा संसार तुद बिन दूजा ना ही कोई, तू करतार करें सो होए। ये सारी सृष्टि, सारा संसार उसे वाहिगुरु ने पैदा किया होया। जिन्ने जोश नाल पहला सवाल किया ना, हुण पीर दे अंदर दूजा सवाल करन दी उन्नी हिम्मत नहीं रही, उहदे अंदर उन्नी ताकत नहीं रही। उहनूं लग्या भी इन्ना ढुकमा जवाब, इन्ना प्यारा जवाब भी सारी उत्पत्ति ही एक तो है, सारे ब्रह्मंड दा पसारा ही एक तो है। दूजा सवाल करन दी उन्नी हिम्मत नहीं रही, उन्हें फिर भी कीता। महाराज चलो ये ते समझ आ गई भी एक तो पहला कुछ भी नहीं सी। हुण तुसां ये दसो भी अकाल पुरख रहिंदा कित्थे है? महाराज कहंदे ने भाई जल्दी तो जल्दी दुध लेके आंदा जाए। मन च फिर शक आ गया, कहन लगा पीर आए ने हिंदुस्तान तो, कई दिन का सफर होएगा, कुछ खादा नहीं होएगा, पीता नहीं होएगा, प्यासे होणगे ते दुध दे शकीन भी काफ़ी ने। हो सकदा गुरु महाराज सच्चे पातशाह हुण दुध पीण दी इच्छा रखदे होण। भज के वड्डे सारे बर्तन विच दुध अगे पा के रखिया गया ते सतगुरु सच्चे पातशाह गौर नाल उस दुध वल वेखी जांदे आ ते पीर जी नूं नाल कहिंदे ने भी इहदे विच तैनूं कुछ दिस रिहा, कुछ हैगा? कहन लगा महाराज दुध ते साफ है, साफ सुथरा दुध साफ सुथरे भांडे च जाके परोसिया होया। महाराज फिर पुछदे है भी पीर जी तुहानूं दुध च कुछ दिस रिहा है? नहीं महाराज दुध ते बहुत साफ है, दुध ते नरोल तुहानूं लिया के दिता है, किसी प्रकार की इहदे च मिलावट नहीं हैगी। महाराज फिर पुछदे ने पीर जी कुछ ते है इस दुध दे अंदर? कहन लगा नहीं महाराज मैनू ते नहीं दस रहा। कहंदे हुण दस इस दुध विच घिओ हैगा कि नहीं हैगा? सिर मारिया महाराज हैगा। कहंदे भरोसा करदा, यकीन करदा, दिस ते नहीं रहा ना पर यकीन है इस गल ते? कहंदा महाराज दिस नहीं रहा पर यकीन आ भी हैगा। ते महाराज बाणी च की कहंदे? सगल बनस्पत में बैसंतर, सगल दूध में किया। किसी ने लकड़ च अग देखी है, किसी ने दुध च घिओ देखिया। गुरु तेग बहादुर साहब कहंदे किसी ने फुल दी सुगंधी देखी है। काहे रे बन खोजन जाई, सर्ब निवासी सदा लेपा। तो ही संग समाई, पोहप मद जो बांस बस्त है, मुकर माहे जैसे शाही। वेखते सही, जे यकीन होएगा, जे भरोसा होएगा, विश्वास होएगा ते विश्वास दे आसरे सब कुछ दिस जाएगा। असी कहने सानू दिखाया जाए, असी फिर यकीन करांगे। गुरु कहंदा भरोसा कर ला, दीदार आपे हो जाणगे। यकीन ते करना। सिखां नूं सिੱਖੀ दान, केस दान, रहत दान, विवेक दान, वसाह दान, भरोसा दान। जे विश्वास करके चलांगे तो जरे जरे च बस जदों भरोसा नहीं बनता, सानू दिसदा नहीं, असी मुनकर हो जाने। पर जिन्हें चाखी सोई जाने, गूंगे की मठियाई। मती दास ने आरे थले बह के आखिया रब है।
ਬੰਦ ਬੰਦ ਕਟਾ ਕੇ ਭਾਈ ਮਣੀ ਸਿੰਘ ਨੇ ਆਖਿਆ, ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਤੇ ਤਾਕਤ ਤੋਂ ਬਿਨਾ ਬੰਦ ਬੰਦ ਕਟਾਉਣਾ ਬਹੁਤ ਔਖਾ ਹੈ। ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾ ਕੇ ਦੁਨੀਆ ਨੂੰ ਦੱਸਿਆ, ਇੰਨੀ ਸਮਰੱਥਾ ਇੰਨੀ ਤਾਕਤ ਗੁਰੂ ਦੇ ਭਰੋਸੇ ਤੋਂ ਬਿਨਾ ਕਿਸੇ ਸਰੀਰ ਵਿੱਚ ਪੈਦਾ ਹੋ ਹੀ ਨਹੀਂ ਸਕਦੀ। ਜਿਨ੍ਹਾਂ ਦਾ ਯਕੀਨ ਹੋਵੇ, ਭਰੋਸਾ ਹੋਵੇ, ਧਰ ਜੀ ਅਰੇ ਇੱਕ ਟੇਕ ਤੂੰ ਲਾ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ। ਜਿਨ੍ਹਾਂ ਦਾ ਯਕੀਨ ਹੋਵੇ, ਭਰੋਸਾ ਹੋਵੇ, ਬਹੁਤ ਵੱਡੀ ਦਾਤ ਗੁਰੂ ਦੇ ਦਰ ਤੋਂ ਲੈ ਲੈਂਦੇ। ਨੀਵੀਂ ਪਾ ਲਈ, ਕਹਿੰਦਾ ਮਹਾਰਾਜ ਇਹ ਤੇ ਸੱਚ ਹੈ, ਭਰੋਸਾ ਕਰੀਏ ਤੇ ਜ਼ਰੂਰ ਦੱਸੇਗਾ ਜਿਵੇਂ ਦੁੱਧ ਵਿੱਚ ਘਿਓ ਹੈ। ਹੁਣ ਤੀਜਾ ਸਵਾਲ ਜਦੋਂ ਕਰ ਲੱਗਾ, ਕਹਿਣ ਲੱਗਾ ਮਹਾਰਾਜ ਹੁਣ ਮੇਰਾ ਮਨ ਤੇ ਨਹੀਂ ਕਰਦਾ, ਪਰ ਹੁਣ ਗੱਲ ਐਵੇਂ ਮਨ 'ਚ ਰਹਿ ਜਾਏਗੀ, ਤੁਸੀਂ ਹੁਣ ਤੀਜੇ ਸਵਾਲ ਦਾ ਜਵਾਬ ਵੀ ਮੈਨੂੰ ਦੇ ਹੀ ਦਿਓ। ਦੋਵਾਂ ਸਵਾਲਾਂ ਨੇ ਬੜੀ ਮਨ ਦੀ ਉਹਦੀ ਤਸੱਲੀ ਕਰਾਤੀ। ਤੇ ਤੀਜਾ ਸਵਾਲ ਬਹਿਲੋਲ ਸ਼ਾਹ ਬਗਦਾਦ ਦੇ ਬਾਦਸ਼ਾਹ ਨੇ ਕੀਤਾ ਵੀ ਕੋਈ ਅੱਲਾ ਨੂੰ ਕੰਮ ਵੀ ਹੈਗਾ, ਉਹ ਕਿਰਤ ਵੀ ਕਰਦਾ ਹੈ ਕਿ ਵਿਹਲਾ ਹੀ ਰਹਿੰਦਾ ਹੈ? ਮਹਾਰਾਜ ਕਹਿੰਦੇ ਇਹਦਾ ਸਵਾਲ ਦਾ ਜਵਾਬ ਵੀ ਅਸੀਂ ਆਪਣੀ ਰਮਜ 'ਚ ਦੇਵਾਂਗੇ ਤੈਨੂੰ। ਉਹ ਸਾਹਮਣੇ ਤਖਤ ਤੇ ਬੈਠਾ ਗੁਰਦੇਵ ਜੀ ਸਾਹਮਣੇ ਇੱਕ ਮੁਜਰਮਾਂ ਵਾਂਗੂ ਫੜ ਕੇ ਖਿਲਾਰੇ ਹੋਏ ਸਨ, ਕਿਉਂਕਿ ਸਿਪਾਹੀ ਫੜ ਕੇ ਲਿਆਏ ਸਨ ਨਾ ਵੀ ਸਾਡੇ ਰਾਜ 'ਚ ਕੋਈ ਬਾਹਰੋਂ ਕੋਈ ਪੀਰ ਆਇਆ ਤੇ ਲੋਕਾਂ ਨੂੰ ਐਵੇਂ ਭਰਮਾ ਰਿਹਾ, ਪਿੱਛੇ ਲਾ ਰਿਹਾ, ਗਲਤ ਸਿੱਖਿਆਵਾਂ ਦੇ ਰਿਹਾ। ਕਿੱਦਾਂ ਦਾ ਜਿਗਰਾ ਹੋਊਗਾ ਮੇਰੇ ਪਾਤਸ਼ਾਹ ਦਾ? ਹਨੇਰੇ 'ਚ ਦੀਵੇ ਲੈ ਕੇ ਚੱਲਣਾ ਕਿੰਨਾ ਔਖਾ ਹੁੰਦਾ ਹੈ। ਪੱਥਰ ਲੋਕਾਂ 'ਚ ਥਿੜਕੇ, ਲੋਕਾਂ 'ਚ ਧਰਮ ਦੀ ਗੱਲ ਕਰਨੀ ਕਿੰਨੀ ਔਖੀ ਹੁੰਦੀ। ਸਦੀਆਂ ਤੋਂ ਭੈੜੇ ਰਸਮਾਂ ਰਿਵਾਜਾਂ 'ਚ ਗਵਾਚੇ ਹੋਏ ਲੋਕਾਂ ਨੂੰ ਜਾ ਕੇ ਧਰਮ ਤੇ ਈਮਾਨ ਦੀ ਗੱਲ ਸਮਝਾਉਣੀ ਕਿੰਨੀ ਔਖੀ ਹੈ। ਇਹ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਆਇਆ। ਪਾਤਸ਼ਾਹ ਕਹਿੰਦੇ ਸਵਾਲ ਦਾ ਜਵਾਬ ਦੇ ਦਿਆਂਗੇ, ਸਮਝ ਤੇ ਗਿਆਨ ਦੀ ਤੁਹੀਨ ਹੈ, ਤੁਸੀਂ ਉੱਪਰ ਬੈਠੇ ਹੋ, ਮੈਂ ਤੁਹਾਡੇ ਥੱਲੇ ਖੜਾ। ਜੇ ਸਵਾਲ ਦਾ ਜਵਾਬ ਲੈਣਾ ਹੈ, ਸਮਝ ਦੀ ਗਿਆਨ ਹੀ ਪ੍ਰਮਾਤਮਾ ਹੈ, ਪ੍ਰਮਾਤਮਾ ਹੀ ਗਿਆਨ ਹੈ। ਜੇ ਗਿਆਨ ਦੀ ਗੱਲ, ਸਮਝ ਦੀ ਬਾਤ ਤੁਸਾਂ ਲੈਣੀ ਹੈ, ਤੁਸਾਂ ਤਖਤ ਤੇ ਥੱਲੇ ਆ ਜਾਓ, ਸਾਨੂੰ ਤਖਤ ਦੇ ਉੱਪਰ ਬਹਿ ਲੈਣ ਦਿਓ। ਉਹ ਕਹਿੰਦਾ ਸੌਦਾ ਸਸਤਾ ਹੀ ਹੈ, ਮੈਂ ਥੱਲੇ ਆ ਜਾਣਾ, ਸਵਾਲ ਦਾ ਜਵਾਬ ਹੀ ਚਾਹੀਦਾ। ਗੁਰੂ ਪਾਤਸ਼ਾਹ ਉੱਪਰ ਬਿਰਾਜਮਾਨ ਹੋ ਜਾਂਦੇ ਤਖਤ ਤੇ, ਕੁਝ ਸਮਾਂ ਨੇਤਰ ਬੰਦ ਰੱਖਦੇ ਆ। ਪੀਰ ਫਿਰ ਪੁੱਛਦਾ ਵੀ ਮਹਾਰਾਜ ਸਵਾਲ ਦਾ ਜਵਾਬ ਦਿੱਤਾ ਨਹੀਂ, ਤੁਸਾਂ ਚੁੱਪ ਕਰਕੇ ਬਹਿ ਗਏ ਹੋ। ਮਾਲਕ ਕਹਿੰਦੇ ਤੈਨੂੰ ਮਿਲਿਆ ਨਹੀਂ, ਤੈਨੂੰ ਮਹਿਸੂਸ ਨਹੀਂ ਹੋਇਆ ਸਵਾਲ ਦਾ ਜਵਾਬ? ਨਹੀਂ ਮਹਾਰਾਜ, ਤੁਸਾਂ ਮੈਨੂੰ ਥੱਲੇ ਉਤਰ ਲਈ ਕਹਿ ਦਿੱਤਾ, ਆਪ ਤੁਸਾਂ ਉੱਤੇ ਬਹਿ ਗਏ ਹੋ, ਮੇਰਾ ਸਵਾਲ ਤੇ ਉੱਥੇ ਹੀ ਖੜਾ ਹੈ। ਕਹਿੰਦੇ ਥੋੜਾ ਜਿਹਾ ਸੋਚ, ਤੈਨੂੰ ਤੇਰੇ ਸਵਾਲ ਦਾ ਜਵਾਬ ਇਸੇ ਗੱਲ ਤੋਂ ਮਿਲ ਜਾਏਗਾ। ਸਤਿਗੁਰ ਮੈਨੂੰ ਤੁਹਾਡੀ ਰਮਜ ਦੀ ਸਮਝ ਨਹੀਂ ਆਈ। ਤੇ ਪਾਤਸ਼ਾਹ ਕਹਿੰਦੇ ਤੂੰ ਸਵਾਲ ਕੀਤਾ ਸੀ ਨਾ ਪ੍ਰਮਾਤਮਾ ਕੀ ਕਰਦਾ? ਕਹਿੰਦੇ ਆਹੀ ਕੰਮ ਕਰਦਾ, ਤਖਤਾਂ ਵਾਲਿਆਂ ਨੂੰ ਥੱਲੇ ਲਾ ਦਿੰਦਾ ਤੇ ਥੱਲੇ ਵਾਲਿਆਂ ਨੂੰ ਤਖਤਾਂ ਤੇ ਬਿਠਾ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜੀ, ਨਦਰੇ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏ ਦਾ ਦਰ, ਮੰਗਰ ਭਿੱਖ ਨਾ ਪਾਈਂਦਾ। ਇੱਥੇ ਕਿੰਨੇ ਰਾਜੇ ਅੱਜ ਭਿਖਾਰੀਆਂ ਵਾਂਗੂ ਤੁਰੇ ਫਿਰਦੇ ਆ। ਕਿੰਨਿਆਂ ਕੋਲੇ ਰਾਜਸ਼ਾਹੀ ਤਾਕਤਾਂ ਸੀ ਤੇ ਸਭ ਕੁਝ ਗਵਾ ਕੇ ਬਹਿ ਗਏ। ਤੇ ਕਈ ਬੰਦੇ ਕਿੱਥੋਂ ਤੱਕ ਪਹੁੰਚ ਜਾਂਦੇ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼। ਕਹਿੰਦੇ ਇਹੀ ਕੰਮ ਉਹਦੇ ਹਿੱਸੇ ਹੈ। ਤੂੰ ਕਹਿੰਦਾ ਉਹ ਕਰਦਾ ਕੀ ਹੈ? ਇੱਕ ਸਾਹ ਵੀ ਬੰਦਾ ਉਹ ਤੋਂ ਬਿਨਾਂ ਨਹੀਂ ਲੈ ਸਕਦਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸਾਸ ਸਵਾਸ ਸੰਭਾਲਤਾ ਮੇਰਾ ਪ੍ਰਭ ਜੀਓ, ਹਰ ਸਾਹ ਨਾਲ ਸੰਭਾਲ ਕਰਦਾ ਹੈ। ਭਾਗਾਂ ਵਾਲਿਓ, ਪੀਰ ਦਸਤਗੀਰ ਉਸ ਬਾਦਸ਼ਾਹ ਨੇ ਆਪਣਾ ਕਦਮ ਗੁਰੂ ਨਾਨਕ ਦੇ ਚਰਨਾਂ ਤੇ ਰੱਖ ਦਿੱਤਾ। ਜਿਸ ਜਗ੍ਹਾ ਤੇ ਤਖਤ ਸੀ ਉਹ ਥੜਾ ਜਿਹੜਾ ਲੰਮਾ ਸਮਾਂ ਪਾ ਕੇ ਸਿੱਖਾਂ ਨੇ ਬਗਦਾਦ ਦੇ ਬਾਦਸ਼ਾਹ ਅੱਗੇ ਜਾ ਕੇ ਬੇਨਤੀ ਕੀਤੀ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਉਸਾਰਨਾ ਚਾਹੁੰਦੇ ਹਾਂ। ਅਰਬ ਮੁਲਕ ਹੈ, ਤਪਦਾ ਮੁਲਕ ਹੈ, ਕੋਈ ਸ਼ਾਨ ਦਾ ਪ੍ਰਬੰਧ ਨਹੀਂ, ਤੇ ਅਸੀਂ ਇੱਥੇ ਚਾਹੁੰਦੇ ਹਾਂ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਹੋਵੇ। ਬੜਾ ਲੰਮਾ ਸਮਾਂ ਪਾ ਕੇ ਬਾਦਸ਼ਾਹ ਨੇ ਇਜਾਜ਼ਤ ਦਿੱਤੀ। ਫਿਰ ਉੱਥੇ ਛੋਟਾ ਜਿਹਾ ਗੁਰਦੁਆਰਾ ਉਸਾਰਿਆ ਗਿਆ। ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਬਾਦਸ਼ਾਹ ਦਸਤਗੀਰ ਦੀ ਕਬਰ ਬਣੀ ਹੋਈ ਹੈ। ਜਦੋਂ ਉਹ ਚੜ੍ਹਾਈ ਕੀਤਾ ਤੇ ਉੱਥੇ ਹੀ ਉਹਨੇ ਆਪਣੇ ਸਵਾਸ ਪੂਰੇ ਕੀਤੇ, ਉਹਦੀ ਕਬਰ ਬਣਾਈ ਗਈ। ਤੇ ਜਿਹੜੇ ਧੱਕੇ ਮਾਰ ਕੇ ਗੁਰੂ ਨਾਨਕ ਨੂੰ ਆਪਣੇ ਦਰਵਾਜ਼ਿਆਂ ਤੋਂ ਕੱਢਣਾ ਚਾਹੁੰਦੇ ਸਨ, ਗੁਰੂ ਪਾਤਸ਼ਾਹ ਜਦੋਂ ਦੂਜੇ ਦਿਨ ਤੁਰ ਲੱਗੇ ਸਭ ਫੇਰ ਕਦਮਾਂ 'ਚ ਪੈ ਜਾਣ। ਜਦੋਂ ਤੀਜੇ ਦਿਨ ਗੁਰਦੇਵ ਚਾਲੇ ਪਾਉਣ ਦੀ ਕੋਸ਼ਿਸ਼ ਕਰਨ, ਫਿਰ ਇਕੱਠੇ ਹੋ ਕੇ ਅੱਗੇ ਖਲੋ ਜਾਣ। ਨਹੀਂ ਮਹਾਰਾਜ, ਤੁਸਾਂ ਤਾਂ ਇਹਨਾਂ ਹਵਾਵਾਂ ਨੂੰ ਠੰਡੀਆਂ ਕਰ ਦਿੱਤਾ,
तुसां तपदे हिरदे ठार दिते, मरियां नूं जिउंदे कर दिता, भुल्लियां नूं राह पा दिता, सुत्तियां नूं जगा दिता। तुहाडे वर्गी रंगी आत्मा इस धरती नूं छड्ड के ना जाए, ਜਿਹੜੇ एक पल नहीं सन रखना चाहुंदे। 17 दिन गुरदेव बगदाद विच रहे, सारी संगत जदों कदमां ते पई रही। कि महाराज तुहाडी रसना तो निकलदे होए बोलां लई असीं तरसे पए हां। ते भागां वालिओ इतिहास है, गुरु पातशाह बगदाद तक गए, 17 दिन प्रचार कीता ते बादशाह दा भी मन साफ हो गया, निर्मल हो गया। ये गुरु दी बख्शिश है। किहड़ी ऐसी धरती जिथे गुरु नानक पातशाह जी ने चरण नहीं पाए। ਆਪਾਂ ਜ਼ਿਕਰ ਕਰ ਰਹੇ ਸਾਂ, ਧਰਮ ਦੇ ਪਰਮਾਰਥ ਦੇ ਰਸਤੇ ਤੇ ਤੁਰਦਿਆਂ ਹਰ ਬੰਦੇ ਨੇ ਤੁਹਾਨੂੰ ਸਲਾਹੁਣਾ ਨਹੀਂ, ਤੇ ਸਿੱਖ ਸੰਸਾਰੀ ਕਿਸੇ ਸਲੋਤਾ ਦਾ ਭੁੱਖਾ ਵੀ ਨਹੀਂ ਹੈਗਾ। ਇੱਥੇ ਤੇ ਕਈ ਨੌਜਵਾਨ ਵੀਰ, ਅੱਜ ਪ੍ਰਚਲਿਤ ਜੀ ਗੱਲ ਹੈ, ਮਾਫ ਕਰਨਾ ਮੈਂ ਕਟਾਸ਼ਕ ਨਹੀਂ ਕਰ ਰਿਹਾ, ਸਿਰਫ ਜਗਾ ਰਹੇ ਹਾਂ ਤੁਹਾਨੂੰ। ਸਾਨੂੰ ਅਸੀਂ ਜਦੋਂ ਪੱਗ ਬੰਨ੍ਹ ਲੈਨੇ, ਦੁਨੀਆ ਸਾਨੂੰ ਸਰਦਾਰ ਕਹਿੰਦੀ, ਸਾਨੂੰ ਇੱਜ਼ਤ ਦਿੰਦੀ, ਸਾਨੂੰ ਸਨਮਾਨ ਦਿੰਦੀ। मैं कहना बहुत वड्डी गल है। सन्मान तैनू नहीं मिल रहा वीरा, तेरे बजुर्गों दियां घालनावां नूं मिल रहा। तैनू जे सरदार जी कह रहा तो इहदे विच तेरा करैक्टर जी उन्ना महान नहीं होया। इस करैक्टर च, इस किरदार दे अंदर बहुत वड्डे वड्डे जीवन जीवे गए आ, जिस करके दुनिया पग नूं प्यार कर लगी है, जिस करके सिखां दा सत्कार होया। वो रूहां बड़ियां उच्चियां सुच्चियां इस लिबास अंदर जिन्हां ने उच्चा जीवन जीविया, इस सरूप राही जिन्हां ने उच्चे किरदार सिरजे, उहदे करके दुनिया झुक रही है, दुनिया सन्मान कर रही, दुनिया इज्जत दे रही है। अगली गल, अज ते सन्मान देख के पग बन रहे हैं, अज ते दुनिया सलाह रही है ते तां सरदार बन रहे हैं, अज ते दुनिया इज्जत दे रही है, एक ट्रेंड बन गया ते तां इस पासे तुर पिया। तेरियां बजुर्गां ने पग्गां उदों भी नहीं लाइयां जदों उन्हां नूं बंद बंद कटाउणा पिया, उन्हां उदों भी रखियां। एक चलदे माहौल ते चलदे ट्रेंड च सरदार बन जाना बहुत सौखा है, पर जदों सरदारी दे मुੱਲ तारने पए सिखां नूं, जदों सरदारी दियां कीमतां तारनियां पईयां, कोई सिख सरदार मां ਵਿਹੜੇ ਵਿੱਚ ਖੇਡਦਾ ਵੇਖਦੀ ਸੀ ਜਵਾਨ ਹੁੰਦਿਆਂ, ਤੇ ਜਵਾਨੀ ਤੋਂ ਪਹਿਲਾਂ ਉਹਨੂੰ ਨਖਾਸ ਚੌਂਕ ਵਿੱਚ ਲਿਜਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਤੇਰਿਆਂ ਬਜ਼ੁਰਗਾਂ ਨੇ ਸਰਦਾਰੀਆਂ ਉਦੋਂ ਵੀ ਨਹੀਂ ਛੱਡੀਆਂ। ਜਦੋਂ ਚਰਖੀਆਂ ਤੇ ਬਹਿਣਾ ਚੜ੍ਹਨਾ ਪਿਆ, ਆਰਿਆਂ ਥੱਲੇ ਬਹਿਣਾ ਪਿਆ, ਬੰਦ ਕਟਾਉਣਾ ਪਿਆ, ਚੌਂਕ ਚਰਾਹੇ ਸ਼ਹੀਦ ਹੋਣਾ ਪਿਆ, ਜੰਡਾਂ ਨਾਲ ਬੰਨ੍ਹ ਕੇ ਆਪਣਾ ਆਪ ਸੜਵਾਉਣਾ ਪਿਆ, ਆਪਣਾ ਮਾਸ ਹੱਡੀਆਂ ਨਾਲੋਂ ਵੱਖ ਕਰਾਉਣਾ ਪਿਆ। ਤੇਰਿਆਂ ਬਜ਼ੁਰਗਾਂ ਉਦੋਂ ਵੀ ਸਰਦਾਰੀਆਂ ਨਹੀਂ ਛੱਡੀਆਂ, ਕਿਉਂਕਿ ਉਹਨਾਂ ਦੀ ਸਰਦਾਰੀ ਤੇ ਸਿੱਖੀ ਦਾ ਜਨਮ ਗੁਰੂ ਨਾਨਕ ਦੇ ਘਰ ਵਿੱਚੋਂ ਹੋਇਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਵਿੱਚੋਂ ਹੋਇਆ ਸੀ। ਉਹ ਕਿੱਦਾਂ ਤਿਆਗ ਦਿੰਦੇ ਜੀ, ਕਿੱਦਾਂ ਛੱਡ ਦਿੰਦੇ। ਤੇ ਜਿਹੜਾ ਇੱਕ ਲੈ ਚੱਲਦੀ ਹੈ, ਵਕਤ ਹਵਾ ਚੱਲਦੀ ਹੈ, इस हवा च, इस वक्त च वक्ती तौर पर भावें बंदा बाहरों वेश भूषा बना लैंदा, पर अंदर उहदा उदों ही जुड़दा जदों वो अकीदा ते विश्वास धन गुरु ग्रंथ साहब जी की बाणी ते पैदा करदा। मेरे गुरुदेव ने आख्या, सब ने सलाहता कोई नहीं करनी, ना सिख निंदिया तो घबराउंदा है ते ना उस्तत दा भुखा है। ये दोनों ही बीमारियां ऐसियां जिन्हों चुंबड़ जाण ते जीवन खत्म हो जाता है। कईयां बंदियां नूं ना हौमे दे पट्ठे खान की आदत हो जाती, भी सवेर तो लैके शाम तक बंदे मैनू कही जान तू बहुत महान आ, तेरे वर्गा अमीर कोई नहीं, तेरे वर्गा सियाणा कोई नहीं। माफ करना, साडे आसे पासे इहो जे बंदियां दा घेरा वधदा जांदा है ते साडे जीवन दी नैया डुबदी जांदी है, वधी जांदा ना जी। जिन्हां कोले माया हुंदी ते आसे पासे इहो जे असीं बंदे सिरज लैने आ, ਜਿਹੜੇ ਵਿਚਾਰੇ ਆਪਣੇ ਸਵਾਰਥ ਤੇ ਨਿੱਜ ਲਈ ਤੁਹਾਨੂੰ ਇਹੀ ਭੁਲੇਖਾ ਪਾਉਂਦੇ ਰਹਿੰਦੇ ਆ ਵੀ ਤੇਰੇ ਵਰਗਾ ਉੱਚਾ ਕੋਈ ਨਹੀਂ, ਤੇਰੇ ਵਰਗਾ ਮਹਾਨ ਕੋਈ ਨਹੀਂ। ਇਹ ਭੁੱਖ ਵੀ ਬੰਦੇ ਨੂੰ ਦਿਨੋਂ ਦਿਨ ਡੇਗੀ ਜਾਂਦੀ ਹੈ। ਤੇ ਨਿੰਦਿਆ ਵੀ ਐਸੀ ਹੈ, ਜਦੋਂ ਬਹੁਤਾ ਉਸਤਤ ਨਾਲ ਪਿਆਰ ਹੋ ਜੇ, ਇੱਜ਼ਤ ਨਾਲ ਪਿਆਰ ਹੋ ਜੇ, ਇੱਕ ਬੰਦਾ ਵੀ ਤੁਹਾਨੂੰ ਗਲਤ ਕਹਿ ਗਿਆ, ਮਾੜਾ ਕਹਿ ਗਿਆ, ਬੰਦਾ ਮਾਨਸਿਕ ਤੌਰ ਤੇ ਹਿੱਲ ਜਾਂਦਾ। ਸਿੱਖ ਨਾ ਤੇ ਉਸਤਤ ਦਾ ਭੁੱਖਾ ਤੇ ਨਾ ਨਿੰਦਿਆ ਸੁਣ ਕੇ ਘਬਰਾਉਂਦਾ ਵਾ। ਉਹ ਆਖਰੀ ਫੈਸਲਾ ਆਪਣੇ ਗੁਰੂ ਤੋਂ ਲੈਂਦਾ ਹੈ, ਅਸੀਂ ਚੰਗੇ ਆ ਕਿ ਮੰਦੇ ਆ ਮਾਲਕਾ ਤੂੰ ਜਾਣਦਾ, ਸਹੀ ਆ ਜਾਂ ਗਲਤ ਹੈ ਤੱਕੜੀ ਤੇਰੇ ਹੱਥ 'ਚ ਹੈ, ਤੂੰ ਹੀ ਤੋਲਣ ਵਾਲਾ ਹੈ। ਵਾਧਾਂ ਕਿ ਘੱਟ ਹੈ, ਸਹੀ ਆ ਕਿ ਗਲਤ ਹੈ, ਚੰਗੇ ਆ ਕਿ ਮਾੜੇ ਹੈ,
ਔਗਣਾ ਵਾਲੇ ਆ ਕਿ ਗੁਣਾ ਵਾਲੇ ਆ, ਅਸੀਂ ਸਿਰਫ ਇਹ ਅਧਿਕਾਰ ਤੈਨੂੰ ਦਿੱਤਾ ਹੈ। ਅਸੀਂ ਆਪਣੇ ਜੀਵਨ ਦੀ ਤੱਕੜੀ ਬੰਦਿਆਂ ਹੱਥ ਫੜਾਈ ਕੋਈ ਨਹੀਂ। ਆਪਣੇ ਮਿਲ ਗਏ ਤੇ ਬਹੁਤ ਚੰਗਾ ਤੋਲ ਜਾਣਗੇ, ਤੇ ਵਿਰੋਧੀ ਮਿਲ ਗਏ ਤੇ ਮਾੜਾ ਤੋਲ ਜਾਣਗੇ। ਆਪਣਿਆਂ ਕਦੇ ਗਲਤ ਨਹੀਂ ਕਹਿਣਾ ਤੇ ਵਿਰੋਧੀਆਂ ਕਦੇ ਸਹੀ ਨਹੀਂ ਕਹਿਣਾ, ਕਿਉਂਕਿ ਉਹ ਮੋਹ ਦੇ ਜਾਲ 'ਚ ਫਸੇ ਹੁੰਦੇ ਆ ਨਾ ਆਪਣੇ। ਤੇ ਵਿਰੋਧੀ ਨਫ਼ਰਤ ਦੀ ਅੱਗ 'ਚ ਸੜ ਰਿਹਾ ਹੁੰਦਾ, ਤੁਸੀਂ ਜਿੰਨਾ ਮਰਜ਼ੀ ਚੰਗਾ ਕਰ ਲਓ, ਉਹਨੇ ਗਲਤ ਹੀ ਕਹਿਣਾ। ਮਹਾਰਾਜ ਨੇ ਆਖਿਆ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੋ ਕਿਛ ਕਰੇ ਸੋ ਆਪੇ ਸੁਆਮੀ। ਯਕੀਨ ਵੱਜ ਜੇ ਇਸ ਗੱਲ ਤੇ, ਸਭ ਕੁਝ ਉਹ ਆਪ ਹੀ ਕਰਦਾ ਹੈ। ਤੇ ਬੰਦਾ ਜੋ ਕੁਛ ਵੀ ਕਰ ਰਿਹਾ ਹੈ, ਜਿੰਨਾ ਕੁ ਕਰ ਰਿਹਾ ਹੈ, ਜਿੰਨਾ ਕੁ ਯਤਨਸ਼ੀਲ ਹੈ, ਜਿਵੇਂ ਜਿਵੇਂ ਆਪਣਾ ਆਪ ਛੱਡੀ ਜਾਂਦਾ ਹੈ, ਉਵੇਂ ਉਵੇਂ ਵਾਹਿਗੁਰੂ ਦਾ ਵਾਸਾ ਉਹਦੇ ਅੰਦਰ ਹੋਈ ਜਾਂਦਾ ਹੈ। ਸਾਡੀਆਂ ਆਪਣੀਆਂ ਸਿਆਣਪਾਂ ਤੇ ਸਾਡਾ ਸੰਘਰਸ਼ ਜਿੰਨਾ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ, ਉਹ ਸਾਨੂੰ ਹੋਰ ਹੀ ਕੁਰਾਹੇ ਪਾ ਰਿਹਾ। ਜਿੰਨੀ ਅਸੀਂ ਆਪਣੀ ਮੱਤ ਵਰਤਨ ਦੀ ਕੋਸ਼ਿਸ਼ ਕਰਦੇ, ਓਨਾ ਹੀ ਬੰਦਾ ਦੁਖੀ ਹੋ ਰਿਹਾ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਮਤ ਉਹੀ ਜਿਹੜੀ ਗੁਰੂ ਤੋਂ ਮਿਲੇ, ਤੇ ਬੋਲ ਉਹ ਹੈ ਜਿਹੜੀ ਉਹਦੀ ਰਜਾ 'ਚ ਬੋਲੇ ਜਾਣ। ਨਾ ਤਾਂ ਆਪਣੀ ਮਤ ਬੰਦੇ ਦੀ ਸਹੀ ਹੁੰਦੀ, ਨਾ ਉਹਦੇ ਜ਼ੁਬਾਨ 'ਚੋਂ ਨਿਕਲਣ ਵਾਲੇ ਬੋਲ ਕੋਈ ਬਹੁਤ ਹੀ ਪਾਏਦਾਰ ਹੁੰਦੇ। ਤੁਸੀਂ ਉਹ ਬੋਲੋ ਜੋ ਗੁਰੂ ਬੁਲਾਉਣਾ ਚਾਹੁੰਦਾ ਹੈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮਰੀਦਾਂ ਜੋੜੀਏ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧੰਤੂ ਪੰਚ ਆਪ ਪਾਵੇ।